ਗੁਰੂ ਜੀ ਦਾ ਦੱਖਣ ਵੱਲ ਜਾਣਾ। ਜਦੋਂ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਭੇਜ ਕੇ ਉਸ ਨੂੰ ਉਸ ਦੇ ਗੁਨਾਹਾਂ ਦਾ ਅਹਿਸਾਸ ਕਰਾਇਆ ਸੀ, ਤਾਂ ਉਸ ਨੇ ਕੁਝ ਸਮੇਂ ਬਾਅਦ ਗੁਰੂ ਜੀ ਨੂੰ ਦੱਖਣ ਆ ਕੇ ਮਿਲਣ ਦਾ ਸੱਦਾ ਦਿੱਤਾ ਸੀ ਕਿ ਆਹਮੋ ਸਾਹਮਣੇ ਗੱਲਬਾਤ ਹੋ ਸਕੇ। ਗੁਰੂ ਜੀ ਨੇ ਮਹਿਸੂਸ ਕੀਤਾ ਸੀ ਕਿ ਔਰੰਗਜ਼ੇਬ ਆਪਣੇ ਵਰਤਾਰੇ ਤੇ ਪਛਤਾਵਾ ਕਰਨਾ ਚਾਹੁੰਦਾ ਹੈ। ਆਪ ਨੇ ਇਸ ਵਿਚਾਰ ਨਾਲ ਦੱਖਣ ਜਾ ਕੇ ਉਸ ਨੂੰ ਮਿਲਣ ਦਾ ਨਿਸ਼ਚਾ ਕੀਤਾ ਕਿ ਜੇ ਔਰੰਗਜ਼ੇਬ ਦਾ ਮਨ ਬਦਲਿਆ ਜਾ ਸਕੇ ਤਾਂ ਹਿੰਦੂ ਜਾਤੀ ਦੀਆਂ ਮੁਸੀਬਤਾਂ ਦਾ ਅੰਤ ਹੋ ਸਕੇਗਾ ਤੇ ਸਿੱਖੀ ਦਾ ਅਮਨ ਚੈਨ ਨਾਲ ਪ੍ਰਚਾਰ ਹੋ ਸਕੇਗਾ। ਇਸ ਖਿਆਲ ਨਾਲ ਆਪ ਕੁਝ ਸਿੱਖਾਂ ਨੂੰ ਲੈ ਕੇ ਦੱਖਣ ਵੱਲ ਚੱਲ ਪਏ। ਪਰ ਜਦੋਂ ਆਪ ਰਾਜਪੂਤਾਨੇ ਦੇ ਉਦੈਪੁਰ ਇਲਾਕੇ ਦੇ ਨਗਰ ਬਗੌਰ ਪੁੱਜੇ ਤਾਂ ਆਪ ਨੂੰ ਖਬਰ ਮਿਲੀ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਪੁੱਤਰਾਂ ਵਿਚਾਲੇ ਤਖਤ ਲਈ ਝਗੜਾ ਸ਼ੁਰੂ ਹੋ ਗਿਆ ਹੈ। ਔਰੰਗਜ਼ੇਬ ਦੇ ਛੋਟੇ ਪੁੱਤਰ ਤਾਰਾ ਆਜ਼ਮ ਨੇ ਤਖਤ ਤੇ ਕਬਜ਼ਾ ਕਰ ਲਿਆ ਕਿਉਂਕਿ ਵੱਡਾ ਪੁੱਤਰ ਬਹਾਦਰ ਸ਼ਾਹ ਅਫਗਾਨਿਸਤਾਨ ਦੀ ਮੁਹਿੰਮ ਤੇ ਗਿਆ ਹੋਇਆ ਸੀ। ਭਾਈ ਨੰਦ ਲਾਲ ਦੇ ਕਹਿਣ ਉੱਤੇ ਅਤੇ ਬਹਾਦਰ ਸ਼ਾਹ ਵੱਲੋਂ ਬੇਨਤੀ ਕਰਨ ਤੇ ਗੁਰੂ ਜੀ ਨੇ ਇਸ ਤਖਤ ਨਸ਼ੀਨੀ ਦੀ ਲੜਾਈ ਵਿੱਚ ਬਹਾਦਰ ਸ਼ਾਹ ਦੀ ਮਦਦ ਕਰਕੇ ਉਸ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿੱਤਾ। ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਆਗਰੇ ਮਿਲਣ ਦੀ ਬੇਨਤੀ ਕੀਤੀ ਅਤੇ ਗੁਰੂ ਜੀ ਦੇ ਪਹੁੰਚਣ ਤੇ ਉਨ੍ਹਾਂ ਦਾ ਬਹੁਤ ਆਦਰ ਮਾਣ ਕੀਤਾ। ਗੁਰੂ ਜੀ ਆਗਰੇ ਵਿੱਚ ਹੀ ਸਨ ਤੇ ਬਾਦਸ਼ਾਹ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਸੀ ਕਿ ਬਹਾਦਰ ਸ਼ਾਹ ਨੂੰ ਦੱਖਣ ਵਿੱਚ ਆਪਣੇ ਭਰਾ ਕਾਮ ਬਖਸ਼ ਦੇ ਬਗਾਵਤ ਕਰਨ ਦੀ ਖਬਰ ਮਿਲੀ। ਉਸ ਨੂੰ ਇਹ ਬਗਾਵਤ ਦਬਾਉਣ ਲਈ ਜਲਦੀ ਦੱਖਣ ਜਾਣਾ ਪਿਆ। ਉਸ ਨੇ ਗੁਰੂ ਜੀ ਨੂੰ ਵੀ ਨਾਲ ਚੱਲਣ ਦੀ ਬੇਨਤੀ ਕੀਤੀ। ਗੁਰੂ ਜੀ ਇਸ ਵਿਚਾਰ ਨਾਲ ਕਿ ਮੁਗਲ ਬਾਦਸ਼ਾਹ ਦੇ ਮਨ ਵਿੱਚ ਸਾਰੇ ਧਰਮਾਂ ਨੂੰ ਇੱਕੋ ਜਿਹਾ ਜਾਣਨ ਤੇ ਮੰਨਣ ਦੇ ਭਾਵ ਦ੍ਰਿੜ ਕਰਾਉਣ ਦਾ ਹੋਰ ਮੌਕਾ ਮਿਲੇਗਾ, ਦੱਖਣ ਜਾਣ ਨੂੰ ਤਿਆਰ ਹੋ ਗਏ। ਬੰਦਾ ਬਹਾਦਰ ਗੁਰੂ ਜੀ ਬਾਦਸ਼ਾਹ ਦੇ ਲਸ਼ਕਰ ਨਾਲ ਨਹੀਂ, ਸੁਤੰਤਰ ਰੂਪ ਵਿੱਚ ਯਾਤਰਾ ਕਰ ਰਹੇ ਸਨ। ਰਸਤੇ ਵਿੱਚ ਉਹ ਜਿੱਥੇ ਕਿਤੇ ਸਿੱਖਾਂ ਦਾ ਵਾਸਾ ਹੁੰਦਾ, ਉੱਥੇ ਠਹਿਰ ਜਾਂਦੇ ਤੇ ਅੰਮ੍ਰਿਤ ਦੀ ਦਾਤ ਵਰਤਾਂਦੇ। ਨਾਲ-ਨਾਲ ਗੁਰਮਤਿ ਦਾ ਪ੍ਰਚਾਰ ਹੁੰਦਾ ਤੇ ਭਾਰੀ ਸੰਖਿਆ ਵਿੱਚ ਲੋਕ ਸਿੱਖ ਮਤ ਦੇ ਧਾਰਨੀ ਬਣਦੇ। ਚਲਦੇ-ਚਲਦੇ ਆਪ ਗੋਦਾਵਰੀ ਨਦੀ ਦੇ ਕੰਢੇ ਵਸੇ ਹੋਏ ਨਾਂਦੇੜ ਨਗਰ ਵਿੱਚ ਪਹੁੰਚੇ। ਇਹ ਬੜਾ ਰਮਣੀਕ ਸਥਾਨ ਸੀ। ਗੁਰੂ ਜੀ ਕੁਝ ਸਮੇਂ ਲਈ ਇੱਥੇ ਰੁਕ ਗਏ। ਇੱਥੇ ਗੁਰੂ ਜੀ ਨੇ ਮਾਧੋ ਦਾਸ ਬੈਰਾਗੀ ਨਾਂ ਦੇ ਇੱਕ ਸਾਧੂ ਬਾਰੇ ਬੜੀਆਂ ਅਨੋਖੀਆਂ ਗੱਲਾਂ ਸੁਣੀਆਂ। ਲੋਕਾਂ ਵਿੱਚ ਮਸ਼ਹੂਰ ਸੀ ਕਿ ਮਾਧੋ ਦਾਸ ਕਰਾਮਤੀ ਸ਼ਕਤੀਆਂ ਦਾ ਮਾਲਕ ਹੈ ਤੇ ਉਸਨੇ ਰਿੱਧੀਆਂ, ਸਿੱਧੀਆਂ ਤੇ ਭੂਤਾ ਬੀਰਾਂ ਨੂੰ ਵਸ ਕੀਤਾ ਹੋਇਆ ਹੈ। ਅਸਲ ਵਿੱਚ ਮਾਧੋ ਦਾਸ ਕਸ਼ਮੀਰ ਦੇ ਇਲਾਕੇ ਪੁਣਤ ਜ਼ਿਲ੍ਹੇ ਦਾ ਇੱਕ ਰਾਜਪੂਤ ਸੀ। ਉਸ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਸੀ। ਉਸ ਦਾ ਅਸਲ ਨਾਂ ਲਛਮਣ ਦਾਸ ਸੀ। ਇੱਕ ਦਿਨ ਲਛਮਣ ਦਾਸ ਨੇ ਜੰਗਲ ਵਿੱਚ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਉਹ ਹਿਰਨੀ ਗਰਭਵਤੀ ਸੀ। ਤੀਰ ਲੱਗਣ ਨਾਲ ਹਿਰਨੀ ਮਰ ਗਈ ਤੇ ਉਸ ਦੇ ਪੇਟ ਵਿੱਚੋਂ 2 ਬੱਚੇ ਬਾਹਰ ਨਿਕਲ ਆਏ। ਉਹ ਹਰਨੋਟੇ ਵੀ ਲਛਮਣ ਦਾਸ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਦਰਦਨਾਕ ਦ੍ਰਿਸ਼ ਦਾ ਉਸ ਦੇ ਮਨ ਤੇ ਇੰਨਾ ਅਸਰ ਹੋਇਆ ਕਿ ਉਸਨੇ ਨਾ ਕੇਵਲ ਸ਼ਿਕਾਰ ਖੇਡਣਾ ਛੱਡ ਦਿੱਤਾ, ਬਲਕਿ ਦੁਨੀਆ ਹੀ ਤਿਆਗ ਦਿੱਤੀ ਤੇ ਤਿਆਗੀ ਬਣ ਗਿਆ। ਉਹ ਗੋਦਾਵਰੀ ਦੇ ਕੰਢੇ ਤੇ ਆ ਕੇ ਤਪ ਕਰਨ ਲਗਾ ਤੇ ਇੱਥੇ ਹੀ ਕੁਟੀਆ ਪਾ ਕੇ ਰਹਿਣ ਲਗਾ। ਆਪਣਾ ਨਾਮ ਮਾਧੋ ਦਾਸ ਬੈਰਾਗੀ ਰੱਖ ਲਿਆ। ਗੁਰੂ ਜੀ ਨੇ ਮਾਧੋ ਦਾਸ ਦੀ ਵਾਰਤਾ ਸੁਣੀ ਤਾਂ ਉਹਨਾਂ ਦੀ ਉਸ ਨੂੰ ਵੇਖਣ ਤੇ ਪਰਖਣ ਦੀ ਇੱਛਾ ਹੋਈ। ਉਹ ਕੁਝ ਸਿੱਖਾਂ ਨਾਲ ਉਸ ਦੇ ਡੇਰੇ ਤੇ ਪਹੁੰਚੇ। ਮਾਧੋ ਦਾਸ ਉਸ ਸਮਾਂ ਮਸੇਨ ਤਪ ਕਰਨ ਲਈ ਬਾਹਰ ਗਿਆ ਹੋਇਆ ਸੀ। ਉਸ ਦੇ ਚੇਲੇ ਉਸ ਲਈ ਭੋਜਨ ਆਦਿ ਤਿਆਰ ਕਰ ਰਹੇ ਸਨ। ਗੁਰੂ ਜੀ ਕੁਟਿਆ ਵਿੱਚ ਜਾ ਕੇ ਬੈਰਾਗੀ ਦੇ ਪਲੰਗ ਉੱਪਰ ਲੇਟ ਗਏ ਤੇ ਚੇਲਿਆਂ ਨੂੰ ਕਿਹਾ ਕਿ ਸਾਨੂੰ ਭੁੱਖ ਲੱਗੀ ਹੈ, ਭੋਜਨ ਛਕਾਓ। ਚੇਲੇ ਗੁਰੂ ਜੀ ਦੇ ਇਸ ਪ੍ਰਕਾਰ ਦੇ ਆਦੇਸ਼ ਦੇਣ ਤੇ ਬੜੇ ਤੜਫੇ। ਪਰ ਗੁਰੂ ਜੀ ਦਾ ਤੇਜ ਵੇਖ ਕੇ ਕੁਝ ਬੋਲ ਨਾ ਸਕੇ ਅਤੇ ਉਹਨਾਂ ਨੇ ਗੁਰੂ ਜੀ ਨੂੰ ਭੋਜਨ ਦੇਣ ਤੋਂ ਨਾ ਕਰ ਦਿੱਤੀ। ਚੇਲਿਆਂ ਨੇ ਜਦੋਂ ਮਾਧੋ ਦਾਸ ਨੂੰ ਸਾਰੀ ਵਾਰਤਾ ਦੱਸੀ ਤਾਂ ਬੈਰਾਗੀ ਸਾਧੂ ਲੋਹਾ ਲਾਖਾ ਹੋ ਉੱਠਿਆ। ਗੁੱਸੇ ਵਿੱਚ ਭਰਿਆ ਉਹ ਕੁਟਿਆ ਦੇ ਅੰਦਰ ਵੜਿਆ ਕਿ ਇਸ ਜ਼ਬਰਦਸਤੀ ਦੇ ਪ੍ਰਾਹੁਣੇ ਨੂੰ ਉਸ ਦੀ ਗੁਸਤਾਖੀ ਦਾ ਮਜ਼ਾ ਚਖਾਏ। ਪਰ ਜਿਉਂ ਹੀ ਉਸ ਦੀ ਨਜ਼ਰ ਗੁਰੂ ਜੀ ਦੇ ਗੰਭੀਰ, ਨੂਰਾਨੀ ਚਿਹਰੇ ਤੇ ਪਈ, ਉਸ ਦਾ ਗੁੱਸਾ ਆਪੋ ਆਪ ਠੰਡਾ ਹੋ ਗਿਆ। ਉਸ ਨੂੰ ਆਪਣੀਆਂ ਕਰਾਮਤੀ ਸ਼ਕਤੀਆਂ ਵੀ ਭੁੱਲ ਗਈਆਂ। ਬੜੇ ਠਰਮੇ ਨਾਲ ਗੁਰੂ ਜੀ ਤੋਂ ਪੁੱਛਣ ਲਗਾ, ਆਪ ਕੌਣ ਹੋ? ਇੱਥੇ ਕਿਸ ਮਤਲਬ ਲਈ ਆਏ ਹੋ? ਗੁਰੂ ਜੀ ਬੈਰਾਗੀ ਦੀ ਗੱਲ ਸੁਣ ਕੇ ਮੁਸਕਰਾਏ।
ਫਿਰ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਫੁਰਮਾਇਆ, ਅਸੀਂ ਉਹੀ ਹਾਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਮਾਧੋ ਦਾਸ ਕੁਝ ਜਗਿਆਸਾ ਕਰਕੇ ਬੋਲਿਆ, ਮੈਂ ਕੀ ਜਾਣਦਾ ਹਾਂ। ਗੁਰੂ ਜੀ ਫਿਰ ਮੁਸਕਰਾਏ, ਮਿੱਠੀ, ਲੁਭਾਇਓਨੀ ਮੁਸਕਰਾਹਟ ਤੇ ਬੜੀ ਕੋਮਲ, ਬੜੀ ਦ੍ਰਿੜ ਆਵਾਜ਼ ਵਿੱਚ ਕਹਿਣ ਲੱਗੇ, ਜ਼ਰਾ ਆਪਣੇ ਮਨ ਵਿੱਚ ਸੋਚੋ। ਮਾਧੋ ਦਾਸ ਨੇ ਪਲ ਭਰ ਲਈ ਅੱਖਾਂ ਮੁੰਦੀਆਂ, ਪਲ ਭਰ ਕੁਝ ਸੋਚਿਆ, ਨੈਣ ਉਗਾੜ ਕੇ ਸ਼ਰਧਾ ਭਰੀ ਆਵਾਜ਼ ਵਿੱਚ ਬੋਲ ਉੱਠਿਆ, ਤਾਂ ਆਪ ਗੁਰੂ ਗੋਬਿੰਦ ਸਿੰਘ ਹੀ ਹੋ। ਗੁਰੂ ਜੀ ਨੇ ਮਿੱਠੀ ਮੁਸਕਰੀ ਨਾਲ ਸਿਰ ਹਿਲਾ ਕੇ ਹਾਂ ਕਹੀ। ਮਾਧੋ ਦਾਸ ਨੇ ਬੜੀ ਅਧੀਨਗੀ ਨਾਲ ਪੁੱਛਿਆ, ਆਪ ਇੱਥੇ ਕਿਸ ਮੰਤਵ ਲਈ ਪਧਾਰੇ ਹੋ। ਇਸ ਲਈ ਕਿ ਤੁਹਾਨੂੰ ਆਪਣਾ ਸਿੱਖ ਬਣਾਈਏ, ਗੁਰੂ ਜੀ ਨੇ ਕਿਹਾ। ਮੇਰਾ ਆਤਮ ਸਮਰਪਣ ਹੈ, ਮਹਾਰਾਜ। ਮੈਂ ਆਪ ਦਾ ਬੰਦਾ ਹਾਂ, ਆਪ ਦਾ ਦਾਸ ਹਾਂ। ਮਾਧੋ ਦਾਸ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਸਿੰਘ ਸਜਾਇਆ ਗਿਆ। ਉਸ ਦਾ ਨਾਂ ਗੁਰਬਖਸ਼ ਸਿੰਘ ਹੋਇਆ, ਪਰ ਇਤਿਹਾਸ ਵਿੱਚ ਉਹ ਆਮ ਕਰਕੇ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿਹਾ, ਤੇਰਾ ਦੇਸ ਪੰਜਾਬ ਜ਼ੁਲਮ ਦੀ ਚੱਕੀ ਵਿੱਚ ਪਿਸ ਰਿਹਾ ਹੈ, ਲਹੂ ਲੁਹਾਨ ਹੋ ਰਿਹਾ ਹੈ, ਤੇਰੇ ਵੀਰ ਬੱਕਰਿਆਂ ਵਾਂਗ ਕੋਹੇ ਜਾ ਰਹੇ ਹਨ। ਤੇਰੀਆਂ ਭੈਣਾਂ ਧੀਆਂ ਦੱਦਾ ਪੱਤ ਲੁੱਟੀ ਜਾ ਰਹੀ ਹੈ। ਤੂੰ ਰਾਜਪੂਤ ਹੈ, ਤੂੰ ਹੁਣ ਸਿੰਘ ਸਜ ਗਿਆ ਹੈ। ਜਾ, ਪੰਜਾਬ ਜਾ ਕੇ ਸਿੰਘਾਂ ਦੀ ਅਗਵਾਈ ਸੰਭਾਲ ਤੇ ਜ਼ੁਲਮ ਦਾ ਨਾਸ ਕਰ। ਅਸੀਂ ਤੇਰੇ ਅੰਗ ਸੰਗ ਹਾਂ। ਬੰਦੇ ਨੇ ਸਤੇ ਬਚਨ ਕਹਿ ਕੇ ਸੀਸ ਝੁਕਾ ਦਿੱਤਾ। ਗੁਰੂ ਜੀ ਨੇ ਬੰਦਾ ਬਹਾਦਰ ਨੂੰ ਆਪਣੇ ਪੱਥੇ ਵਿੱਚੋਂ 5 ਚਮਤਕਾਰੀ ਤੀਰ ਦਿੱਤੇ ਤੇ 20 ਸਿੰਘ ਦੇ ਕੇ ਪੰਜਾਬ ਵੱਲ ਤੋਰ ਦਿੱਤਾ। ਗੁਰੂ ਜੀ ਵਿਰੁੱਧ ਇੱਕ ਨਿੱਜ ਸਾਜ਼ਸ਼। ਜਿਸ ਦਿਨ ਤੋਂ ਗੁਰੂ ਜੀ ਦਾ ਬਾਦਸ਼ਾਹ ਬਹਾਦਰ ਸ਼ਾਹ ਨਾਲ ਮਿਲਾਪ ਹੋਇਆ ਸੀ, ਸਰਹਿੰਦ ਦਾ ਨਵਾਬ ਵਜ਼ੀਰ ਖਾਂ ਫਿਕਰਾਂ ਵਿੱਚ ਪਿਆ ਹੋਇਆ ਸੀ। ਵਜ਼ੀਰ ਖਾਂ ਦੇ ਪਾਪ ਕੰਬਦੇ ਸਨ। ਉਸਨੇ ਜਿਸ ਨਿਰਦੈਤਾ ਨਾਲ ਗੁਰੂ ਜੀ ਦੇ ਮਾਸੂਮ ਪੁੱਤਰਾਂ ਦੀ ਜਾਨ ਲਈ ਸੀ, ਉਸ ਦੀ ਰੂਹ ਹੁਣ ਉਸ ਗੁਨਾਹ ਤੋਂ ਭੈਭੀਤ ਹੋ ਰਹੀ ਸੀ। ਉਸ ਨੂੰ ਡਰ ਖਾ ਰਿਹਾ ਸੀ ਕਿ ਗੁਰੂ ਸਾਹਿਬ ਬਾਦਸ਼ਾਹ ਨੂੰ ਕਹੇ ਕਿ ਉਸ ਕੋਲੋਂ ਆਪਣੇ ਸਪੁੱਤਰਾਂ ਦੇ ਕਤਲ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਨਗੇ। ਵਜ਼ੀਰ ਖਾਂ ਦਾ ਮਨ ਸਹਿਮਿਆ ਕਈ ਤਰ੍ਹਾਂ ਦੇ ਭਿਆਨਕ ਦ੍ਰਿਸ਼ ਸਿਰਜਦਾ ਸੀ, ਤੇ ਉਹ ਹੋਰ ਸਹਿਮ ਜਾਂਦਾ, ਹੋਰ ਡਰਨ ਲੱਗਦਾ, ਹੋਰ ਭੈਭੀਤ ਹੋ ਉੱਠਦਾ। ਹੁਣ ਉਸ ਨੂੰ ਆਪਣੇ ਦੀਵਾਨ ਸੁੱਚਾ ਨੰਦ ਤੇ ਗੁੱਸਾ ਆਉਂਦਾ, ਪਰ ਉਸ ਦਾ ਮਨ ਨਾ ਖਲੋਂਦਾ। ਉਸ ਨੀਚ ਬੁੱਧੀ ਆਦਮੀ ਨੂੰ ਇੱਕ ਬੜਾ ਹੀ ਕਮੀਨਾ ਫੁਰਨਾ ਫੁਰਿਆ। ਕਿਉਂ ਨਾ ਗੁਰੂ ਦੇ ਜੀਵਨ ਦਾ ਹੀ ਅੰਤ ਕਰਵਾ ਦਿੱਤਾ ਜਾਵੇ। ਉਸ ਨੂੰ ਸੋਚ ਫੁਰੀ, ਨਾ ਗੁਰੂ ਰਹੇਗਾ, ਨਾ ਬਾਦਸ਼ਾਹ ਮੈਨੂੰ ਕੋਈ ਸਜ਼ਾ ਦੇਣ ਦੀ ਸੋਚੇਗਾ। ਉਸ ਨੂੰ ਇਹ ਤਜਵੀਜ਼ ਇੰਨੀ ਜਚੀ ਕਿ ਉਹ ਫੌਰਨ ਹੀ ਇਹਦੇ ਤੇ ਅਮਲ ਕਰਨ ਲਈ ਤਿਆਰ ਹੋ ਗਿਆ। ਵਜ਼ੀਰ ਖਾਂ ਪਾਸ 2 ਬੜੇ ਵਿਸ਼ਵਾਸ ਪਾਤਰ ਪਠਾਨ ਸੇਵਕ ਸਨ। ਉਸ ਨੇ ਉਹਨਾਂ ਦੋਹਾਂ ਨੂੰ ਬੁਲਾ ਕੇ ਕਿੰਨੀ ਦੇਰ ਕੁਝ ਸਮਝਾਇਆ ਤੇ ਫਿਰ ਬਹੁਤ ਸਾਰਾ ਧਨ ਦੇ ਕੇ ਨੰਦੇੜ ਵੱਲ ਤੋਰ ਦਿੱਤਾ। ਗੁਰੂ ਜੀ ਤੇ ਕਾਤਲਨਾਮਾ ਹਮਲਾ। ਨੰਦੇੜ ਵਿੱਚ ਵੀ ਛੇਤੀ ਹੀ ਗੁਰੂ ਜੀ ਦੇ ਆਗਮਨ ਤੋਂ ਬਾਅਦ ਰੌਣਕਾਂ ਲੱਗਣ ਲੱਗੀਆਂ। ਦੂਰ ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੀਆਂ। ਗੁਰੂ ਜੀ ਨੇ ਨੰਦੇੜ ਨੂੰ ਅਬਚਲ ਨਗਰ ਦਾ ਨਾਂ ਦਿੱਤਾ। ਵਜ਼ੀਰ ਖਾਂ ਦੇ ਭੇਜੇ ਹੋਏ ਦੋਵੇਂ ਪਠਾਨ ਸੇਵਕ ਵੀ ਨੰਦੇੜ ਪਹੁੰਚ ਚੁੱਕੇ ਸਨ। ਉਹ ਸੰਗਤਾਂ ਵਿੱਚ ਰਚ ਮਿਚ ਗਏ ਸਨ। ਦੋਵੇਂ ਵੇਲੇ ਦੀਵਨ ਵਿੱਚ ਹਾਜ਼ਰ ਹੁੰਦੇ, ਕੀਰਤਨ ਸੁਣਦੇ, ਲੰਗਰ ਵਿੱਚ ਸੇਵਾ ਕਰਦੇ। ਹਰ ਸਮੇਂ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਰਹਿੰਦੇ। ਨਿੱਕੇ ਨਿੱਕੇ ਇਸ਼ਾਰੇ ਤੇ ਸੇਵਾ ਲਈ ਦੌੜ ਪੈਂਦੇ। ਸੰਗਤਾਂ ਵਿੱਚ ਉਹਨਾਂ ਦੀ ਸ਼ਰਧਾ ਤੇ ਸੇਵਾ ਦੀ ਚਰਚਾ ਹੋਣ ਲੱਗੀ। ਸੰਗਤਾਂ ਵਿੱਚ ਉਹਨਾਂ ਦਾ ਆਦਰ ਹੋਣ ਲੱਗਾ। ਮੁਸਲਮਾਨ ਹੋ ਕੇ ਐਨੀ ਸ਼ਰਧਾ, ਐਨੀ ਨਿਰਮਾਨਤਾ, ਐਨਾ ਸੇਵਾ ਭਾਵ, ਪਰ ਸਿੱਖਾਂ ਨੂੰ ਕੀ ਪਤਾ ਸੀ ਕਿ ਇਸ ਸ਼ਰਧਾ ਤੇ ਸੇਵਾ ਦੇ ਪਿੱਛੇ ਇੱਕ ਸ਼ੈਤਾਨੀ ਯੋਜਨਾ, ਇੱਕ ਖੂਨੀ ਇਰਾਦਾ ਲੁਕਿਆ ਹੋਇਆ ਹੈ। ਖਿਦਮਤ ਕਰਨ ਵਾਲੇ ਹੱਥਾਂ ਵਿੱਚ ਚੌਰ ਦੇ ਨਾਲ ਹੀ ਫੌਲਾਦੀ ਖੰਜਰ ਵੀ ਫੜਿਆ ਹੋਇਆ ਹੈ, ਅਤੇ ਇਹ ਖੰਜਰ ਮੌਕਾ ਮਿਲਣ ਤੇ ਇਤਿਹਾਸ ਦਾ ਸਭ ਤੋਂ ਘਿਣਾਉਣਾ, ਸਭ ਤੋਂ ਕਾਇਰਤਾ ਭਰਿਆ, ਸਭ ਤੋਂ ਦੁਖਦਾਇਕ ਕਾਰਾ ਕਰ ਗੁਜ਼ਰੇਗਾ। ਇਹ ਕਾਰਾ ਇੱਕ ਦਿਨ ਸੰਧਿਆ ਸਮੇਂ ਵਾਪਰਿਆ। ਰਹਿਰਾਸ ਦਾ ਪਾਠ ਹੋ ਚੁੱਕਾ ਸੀ। ਅਰਦਾਸਾ ਸੋਧਿਆ ਜਾ ਚੁੱਕਾ ਸੀ। ਸੰਗਤਾਂ ਦਰਬਾਰ ਵਿੱਚੋਂ ਜਾ ਚੁੱਕੀਆਂ ਸਨ। ਸਿੱਖ ਵੀ ਇੱਕ ਇੱਕ ਕਰਕੇ ਆਪਣੇ ਆਪਣੇ ਟਿਕਾਣਿਆਂ ਨੂੰ ਚਲੇ ਗਏ ਸਨ। ਪਰ ਦੋਵੇਂ ਪਠਾਨ ਸੇਵਕ ਅਜੇ ਵੀ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਨ। ਅੱਜ ਉਹ ਆਪਣਾ ਖੂਨੀ ਕਾਰਾ ਕਰ ਗੁਜ਼ਰਨ ਦੀ ਨੀਅਤ ਧਾਰੀ ਬੈਠੇ ਸਨ। ਉਹ ਮੁੜ ਮੁੜ ਇੱਕ ਦੂਜੇ ਵੱਲ ਵੇਖਦੇ ਸਨ, ਪਰ ਫੇਰ ਝਟ ਹੀ ਮੂੰਹ ਪਰੇ ਕਰ ਲੈਂਦੇ ਸਨ,
ਮਤਾ ਉਹਨਾਂ ਦੇ ਦਿਲਾਂ ਦੇ ਖੂਨੀ ਭਾਵਾਂ ਦੀ ਝਲਕ ਉਹਨਾਂ ਦੇ ਚਿਹਰਿਆਂ ਤੇ ਨਾ ਪ੍ਰਗਟ ਹੋ ਜਾਵੇ। ਗੁਰੂ ਸਾਹਿਬ ਇਸ ਸਮੇਂ ਕੁਝ ਸੋਚ ਮਗਨ ਹੋ ਰਹੇ ਸਨ, ਖਿਆਲਾਂ ਵਿੱਚ ਗੁਆਚੇ ਹੋਏ ਸਨ। ਸ਼ਾਇਦ ਉਹ ਦੇਸ਼ ਦੇ ਹਾਲਾਤ ਬਾਰੇ ਸੋਚ ਰਹੇ ਸਨ। ਸ਼ਾਇਦ ਉਹਨਾਂ ਦਾ ਖਿਆਲ ਪੰਥ ਵੱਲ ਲਗਾ ਹੋਇਆ ਸੀ। ਗੁਰੂ ਜੀ ਇਸੇ ਵਿਚਾਰ ਮਗਨਤਾ ਵਿੱਚ ਪਲੰਗ ਤੇ ਲੇਟ ਗਏ। ਖਿਆਲਾਂ ਦੀ ਲੜੀ ਉਸੇ ਤਰ੍ਹਾਂ ਜਾਰੀ ਸੀ, ਪਰ ਸੋਚ ਮਗਨਤਾ ਦੇ ਬਾਵਜੂਦ ਹੱਥ ਸ੍ਰੀ ਸਾਹਿਬ ਤੇ ਟਿਕਿਆ ਹੋਇਆ ਸੀ। ਇਸ ਸਮੇਂ ਪਠਾਨ ਸੇਵਕ ਉਹਨਾਂ ਦੀ ਪਿੱਠ ਬੰਨੇ ਖੜੇ ਸਨ। ਦੋਹਾਂ ਪਾਪੀਆਂ ਦੀਆਂ ਅੱਖਾਂ ਮਿਲੀਆਂ। ਇੱਕ ਨੇ ਦੂਜੇ ਨੂੰ ਕੋਈ ਤੇਜ਼ ਇਸ਼ਾਰਾ ਕੀਤਾ। ਇੱਕ ਦੇ ਹੱਥ ਨੂੰ ਇੱਕ ਤੇਜ਼ ਹਰਕਤ ਹੋਈ। ਡੱਬ ਵਿੱਚੋਂ ਫੌਲਾਦੀ ਖੰਜਰ ਨਿਕਲਿਆ ਤੇ ਪਾਪੀ ਗੁਲਖਾਂ ਨੇ ਖੰਜਰ ਗੁਰੂ ਜੀ ਦੀ ਖੱਬੀ ਵੱਖੀ ਵਿੱਚ ਦਿਲ ਦੇ ਕਰੀਬ ਘੁੰਮ ਦਿੱਤਾ। ਸੁੱਚੇ ਲਹੂ ਦੀ ਮੋਟੀ ਧਾਰ ਕਾਊ ਤੋਂ ਵਹਿ ਤੁਰੀ। ਗੁਰੂ ਜੀ ਤੋਂ ਬਕੇ, ਇਹ ਵਿਸ਼ਵਾਸਘਾਤ। ਉਹਨਾਂ ਨੇ ਉਸੇ ਪਲ ਸ੍ਰੀ ਸਾਹਿਬ ਤੋਂ ਹੀ। ਗੁਲਖਾਂ ਦੂਜਾ ਵਾਰ ਕਰਨ ਲੱਗਾ ਸੀ ਕਿ ਸ੍ਰੀ ਸਾਹਿਬ ਦਾ ਭਰਪੂਰ ਵਾਰ ਉਹਦੀ ਗਰਦਨ ਤੇ ਪਿਆ। ਭੈਂਸ ਵਰਗੀ ਮੋਟੀ ਗਰਦਨ ਗਾਜਰ ਵਾਂਗ ਕੱਟ ਕੇ ਪੌਣ ਤੇ ਜਾ ਪਈ। ਦੂਜਾ ਪਠਾਨ ਪੈਪੀਤ ਹੋ ਕੇ ਬਾਹਰ ਨੂੰ ਨੱਠਿਆ। ਫੜ ਲਓ ਇਸ ਬਦਮਾਸ਼ ਨੂੰ, ਨੱਸ ਨਾ ਜਾਵੇ। ਕੁਝ ਸਿੱਖ ਕਮਰੇ ਦੇ ਬਾਹਰ ਖੜੇ ਸਨ। ਪਠਾਨ ਨੂੰ ਨੱਸਦਿਆਂ ਵੇਖ ਤੇ ਲਲਕਾਰਾ ਸੁਣ ਕੇ ਉਹਨਾਂ ਨੇ ਝਟ ਉਸ ਨੂੰ ਫੜ ਲਿਆ ਤੇ ਕਮਰੇ ਦੇ ਅੰਦਰ ਲੈ ਆਏ। ਪਰ ਇਹ ਕੀ ਪਾਣਾ ਵਰਤ ਚੁੱਕਾ ਸੀ। ਫਰਸ਼ ਤੇ ਲਹੂ ਦਾ ਛੱਪੜ, ਗੁਲਖਾਂ ਦਾ ਤੜਫਦਾ ਤੜ, ਤੇ ਗੁਰੂ ਸਾਹਿਬ ਜੀ ਲਹੂ ਲੁਹਾਨ, ਲੰਮਾ ਖੰਜਰ ਵੱਖੀ ਵਿੱਚ ਤੱਸਿਆ ਹੋਇਆ। ਸੁੱਚੇ ਲਹੂ ਦੀਆਂ ਤਤੀਰੀਆਂ ਫੁੱਟਦੀਆਂ ਹੋਈਆਂ, ਪਰ ਚਿਹਰਾ ਉਸੇ ਤਰ੍ਹਾਂ ਸ਼ਾਂਤ, ਅੱਖਾਂ ਵਿੱਚ ਉਹੀ ਚਮਕ। ਗੁਰੂ ਜੀ ਨੇ ਬੜੇ ਠਰਮੇ ਨਾਲ ਖੰਜਰ ਬਾਹਰ ਖਿੱਚਿਆ। ਸਿੱਖਾਂ ਨੂੰ ਫੜਾਉਣ ਲਈ ਵਧਾਇਆ। ਸਿੱਖਾਂ ਦਾ ਤਰਾਹ ਨਿਕਲ ਗਿਆ। ਕੁਝ ਸਿਸਕਣ ਲੱਗ ਪਏ, ਕੁਝ ਗੁਰੂ ਜੀ ਨੂੰ ਸੰਭਾਲਣ ਲੱਗੇ, ਕੁਝ ਵੈਦ ਵੱਲ, ਜਰਾਹ ਵੱਲ ਦੌੜੇ। ਚਾਰੇ ਪਾਸੇ ਰੌਲਾ ਪੈ ਗਿਆ। ਸੰਗਤਾਂ ਇਕੱਠੀਆਂ ਹੋ ਗਈਆਂ। ਬਾਦਸ਼ਾਹ ਬਹਾਦਰ ਸ਼ਾਹ ਦੇ ਦੂਤ ਗੁਰੂ ਦਰਬਾਰ ਵਿੱਚ ਹਾਜ਼ਰ ਰਹਿੰਦੇ ਸਨ। ਉਹਨਾਂ ਨੂੰ ਖਬਰ ਲੱਗੀ। ਉਹਨਾਂ ਨੇ ਝਟ ਬਾਦਸ਼ਾਹ ਵੱਲ ਆਦਮੀ ਦੁੜਾਏ। ਬਾਦਸ਼ਾਹ ਗੁਰੂ ਜੀ ਦਾ ਸ਼ਰਧਾਲੂ ਬਣ ਚੁੱਕਾ ਸੀ, ਉਹਨਾਂ ਨਾਲ ਸਨੇਹ ਰੱਖਦਾ ਸੀ। ਉਸ ਵੇਲੇ ਸ਼ਾਹੀ ਤਬੀਬ ਤੇ ਜਰਰਾਹ ਨੂੰ ਨੰਦੇੜ ਵੱਲ ਦੁੜਾਇਆ। ਇੱਕ ਬੜਾ ਸਿਆਣਾ ਅੰਗਰੇਜ਼ ਡਾਕਟਰ, ਮਿਸਟਰ ਕੋਲ ਬਾਦਸ਼ਾਹ ਦੇ ਦਰਬਾਰ ਵਿੱਚ ਰਹਿੰਦਾ ਸੀ। ਬਾਦਸ਼ਾਹ ਨੇ ਉਸ ਨੂੰ ਵੀ ਉਹਨਾਂ ਦੇ ਨਾਲ ਨੰਦੇੜ ਭੇਜਿਆ। ਗੁਰੂ ਜੀ ਦੇ ਜ਼ਖਮ ਸੀਤੇ ਗਏ। ਦਵਾ ਦਿੱਤੀ ਜਾਣ ਲੱਗੀ। ਕੁਝ ਦਿਨ ਵਿੱਚ ਗੁਰੂ ਜੀ ਦੇ ਕਾਊ ਬਹੁਤ ਕੁਝ ਠੀਕ ਹੋ ਗਏ। ਜ਼ਖਮਾਂ ਤੇ ਅੰਗੂਰ ਆ ਗਿਆ। ਜ਼ਖਮ ਹੌਲੀ-ਹੌਲੀ ਭਰਨ ਲੱਗੇ। ਜੋਤੀ ਜੋਤ ਸਮਾਉਣਾ। ਕੁਝ ਸਮਾਂ ਮਗਰੋਂ ਗੁਰੂ ਜੀ ਦੇ ਜ਼ਖਮ ਭਰਨ ਲੱਗੇ। ਗੁਰੂ ਜੀ ਹੁਣ ਦੀਵਾਨ ਵਿੱਚ ਦਰਸ਼ਨ ਦੇਣ ਲੱਗੇ। ਸੰਗਤਾਂ ਦੇ ਬੁੱਝੇ ਹੋਏ ਦਿਲ ਫਿਰ ਹਰੇ ਹੋਣ ਲੱਗੇ। ਦੀਵਾਨ ਵਿੱਚ ਫਿਰ ਪਹਿਲੇ ਵਰਗੀਆਂ ਰੌਣਕਾਂ ਹੋਣ ਲੱਗੀਆਂ। ਸਿੱਖ ਗੁਰੂ ਜੀ ਵੱਲੋਂ ਕਿਸੇ ਨਵੀਂ ਯੋਜਨਾ, ਨਵੇਂ ਕਾਰਜ ਕਰਮ ਦੀ ਆਸ ਕਰਨ ਲੱਗੇ ਜਿਸ ਨਾਲ ਪੰਥ ਹੋਰ ਤੇ ਹੋਰ ਚੜ੍ਹਦੀਆਂ ਕਲਾ ਵਿੱਚ ਹੋਵੇ। ਪਰ ਅਕਾਲ ਪੁਰਖ ਦਾ ਭਾਣਾ ਕੁਝ ਹੋਰ ਹੀ ਸੀ। ਇੱਕ ਦਿਨ ਇੱਕ ਸਿੱਖ ਇੱਕ ਬੜੀ ਭਾਰੀ, ਸੁੰਦਰ ਕਮਾਨ ਪੇਟਾ ਦੇ ਰੂਪ ਵਿੱਚ ਲਿਆਇਆ। ਗੁਰੂ ਜੀ ਵਧੀਆ ਸ਼ਸਤਰਾਂ ਦੇ ਬੜੇ ਕਦਰਦਾਨ ਸਨ। ਵਧੀਆ ਸ਼ਸਤਰਾਂ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਸਨ। ਇਹ ਸੁੰਦਰ ਕਮਾਨ ਵੇਖ ਕੇ ਬੜੇ ਪ੍ਰਸੰਨ ਹੋਏ। ਕੋਲ ਕੁਝ ਸਿੱਖ ਬੈਠੇ ਸਨ। ਗੁਰੂ ਜੀ ਨੇ ਉਹਨਾਂ ਨੂੰ ਕਮਾਨ ਤੇ ਚਿਲਾ ਚੜਾਉਣ ਲਈ ਕਿਹਾ ਪਰ ਉਹ ਅਸਫਲ ਹੋਏ। ਇਹ ਦੇਖ ਕੇ ਗੁਰੂ ਜੀ ਦੇ ਦਿਲ ਵਿੱਚ ਜੋਸ਼ ਆ ਗਿਆ। ਉੱਠ ਕੇ ਆਪ ਕਮਾਨ ਫੜ ਲਈ ਤੇ ਤੀਰ ਚੜਾਇਆ ਤੇ ਜ਼ੋਰ ਨਾਲ ਕਮਾਨ ਖਿੱਚ ਕੇ ਛੱਡ ਦਿੱਤਾ। ਸਿੱਖਾਂ ਦੇ ਚਿਹਰਿਆਂ ਉੱਪਰ ਪ੍ਰਸੰਸਾ ਚਮਕ ਪੈਦਾ ਹੋ ਗਈ। ਪਰ ਗੁਰੂ ਜੀ ਦੇ ਜ਼ਖਮ ਅੰਦਰੋਂ ਅਜੇ ਅੱਲੇ ਸਨ। ਕਮਾਨ ਖਿੱਚਣ ਨਾਲ ਸਰੀਰ ਵਿੱਚ ਜੋ ਤਣਾਅ ਪੈਦਾ ਹੋਇਆ, ਉਸ ਨਾਲ ਜ਼ਖਮਾਂ ਦੇ ਟਾਂਕੇ ਟੁੱਟ ਗਏ, ਕਾਊ ਤੇ ਆਏ ਅੰਗੂਰ ਪਾਟ ਗਏ ਤੇ ਸੁੱਚੇ ਲਹੂ ਦੇ ਤੇਜ਼ ਫਰਾਟੇ ਉਹਨਾਂ ਜ਼ਖਮਾਂ ਵਿੱਚੋਂ ਵਹਿ ਤੁਰੇ। ਸਿੱਖ ਘਬਰਾ ਗਏ। ਉਹਨਾਂ ਵਿੱਚ ਹਰਾਸ ਛਾ ਗਿਆ। ਉਸੇ ਵੇਲੇ ਜ਼ਖਮ ਸਿਉਣ ਦਾ ਉਪਰਾਲਾ ਕੀਤਾ ਗਿਆ, ਪਰ ਲਹੂ ਬੰਦ ਹੋਣ ਵਿੱਚ ਨਾ ਆਵੇ। ਸਿੱਖ ਬੇਚੈਨ ਤੇ ਚਿੰਤਾਤੁਰ ਹੋ ਉੱਠੇ। ਪਰ ਗੁਰੂ ਜੀ ਸ਼ਾਂਤ, ਅਡੋਲ, ਲੇਟੇ ਸਨ। ਇੰਨਾ ਲਹੂ ਨਿਕਲ ਜਾਣ ਦੇ ਬਾਵਜੂਦ ਚਿਹਰੇ ਤੇ ਉਹੀ ਨੂਰ, ਉਹੀ ਚਮਕ ਮੌਜੂਦ ਸੀ। ਬੁਲਾ ਤੇ ਮੁਸਕਰਾਹਟ ਸੀ। ਉਹਨਾਂ ਨੇ ਸਿੱਖਾਂ ਨੂੰ ਹੌਸਲਾ ਦਿੱਤਾ, ਧਰਵਾਸ ਦਿੱਤਾ। ਫਿਰ ਆਪ ਧਿਆਨ ਮਗਨ ਹੋ ਗਏ। ਗੁਰੂ ਜੀ ਨੇ ਜਾਣ ਲਿਆ ਕਿ ਉਹਨਾਂ ਦੀ ਅੰਤਮ ਯਾਤਰਾ ਦਾ ਸਮਾਂ ਆ ਗਿਆ ਹੈ। ਰਾਤ ਵੇਲੇ ਆਪ ਨੇ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਤੇ ਦੱਸਿਆ ਕਿ ਸਾਨੂੰ ਅਕਾਲ ਪੁਰਖ ਵੱਲੋਂ ਬੁਲਾਵਾ ਆ ਗਿਆ ਹੈ,
ਸੋ ਅਸੀਂ ਸਰੀਰ ਤਿਆਗ ਕੇ ਮਹਾਨ ਯਾਤਰਾ ਤੇ ਜਾ ਰਹੇ ਹਾਂ। ਪਰ ਸਰੀਰ ਤਿਆਗਣ ਤੋਂ ਬਾਅਦ ਵੀ ਅਸੀਂ ਤੁਹਾਥੋਂ ਦੂਰ ਨਹੀਂ ਹੋਵਾਂਗੇ। ਜਿੱਥੇ 5 ਸਿੱਖ ਇਕੱਠੇ ਹੋ ਕੇ ਅਰਦਾਸ ਕਰਨਗੇ, ਅਸੀਂ ਉੱਥੇ ਮੌਜੂਦ ਹੋਵਾਂਗੇ। ਜਿਹੜਾ ਗੁਰੂ ਗ੍ਰੰਥ ਸਾਹਿਬ ਉਹ ਨਾਲ ਲੈ ਕੇ ਗਏ ਸਨ, ਉਸ ਅੱਗੇ 5 ਪੈਸੇ, ਪਤਾਸੇ ਅਤੇ ਇੱਕ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ। ਉਹਨਾਂ ਸਭ ਸੰਗਤਾਂ ਨੂੰ ਦੱਸਿਆ ਕਿ ਅੱਜ ਤੋਂ ਤੁਹਾਡਾ ਸ਼ਬਦੀ ਗੁਰੂ ਗ੍ਰੰਥ ਸਾਹਿਬ ਹੈ। ਜਿਹੜਾ ਵੀ ਪ੍ਰਭੂ ਨੂੰ ਪਾਉਣਾ ਚਾਹੇਗਾ ਅਤੇ ਇਸ ਦੁਨੀਆ ਦੇ ਭਵਸਾਗਰ ਨੂੰ ਪਾਰ ਕਰਨ ਦੀ ਲਾਲਸਾ ਕਰੇਗਾ, ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਸ਼ਬਦ ਦੇ ਅਭਿਆਸ ਨਾਲ ਪਾਰ ਹੋ ਜਾਵੇਗਾ। ਉਹਨਾਂ ਕਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇਗਾ, ਉਸ ਨੂੰ ਗੁਰੂ ਸਾਹਿਬ ਦੇ ਭਰਪੂਰ ਦਰਸ਼ਨ ਹੋਣਗੇ। ਆਪ ਜੀ ਨੇ ਆਗਿਆ ਕੀਤੀ ਕਿ ਸਾਡੇ ਮਗਰੋਂ ਸਾਡਾ ਅੰਗੀਠਾ ਨਹੀਂ ਫੋਲਣਾ ਤੇ ਸਮਾਧ ਨਹੀਂ ਬਣਾਉਣੀ। ਅੱਜ ਵੀ ਅਰਦਾਸ ਸਮੇਂ ਅਸੀਂ ਗੁਰੂ ਜੀ ਦੇ ਆਦੇਸ਼ ਵਾਲੇ ਉਹ ਵਾਕ ਪੜ੍ਹਦੇ ਹਾਂ, ਜਿਨ੍ਹਾਂ ਵਿੱਚ ਗੁਰੂ ਵੱਲੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਮੰਨਣ ਦੀ ਆਗਿਆ ਹੋਈ ਹੈ। ਇਸ ਤੋਂ ਬਾਅਦ ਆਪ ਜੀ ਨੇ ਸਰਬ ਖਾਲਸੇ ਨੂੰ ਪਿਆਰ ਨਾਲ ਫਤਿਹ ਬੁਲਾਈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਤਰ੍ਹਾਂ ਕਲਗੀਧਰ ਦਸਮੇਸ਼ ਜੀ ਮਹਾਜੋਤ ਵਿੱਚ ਸਮਾ ਗਏ। ਉਸ ਦਿਨ ਕੱਤਕ ਸੁਦੀ 5, ਸੰਮਤ 1765 ਬਿਕਰਮੀ 7 ਅਕਤੂਬਰ ਸੰਨ 1708 ਈਸਵੀ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।